ਤੁਸੀਂ ਦੇਖ ਰਹੇ ਹੋ ABC ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਸਭ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਜਿਸ ਮਸਲੇ ਤੇ ਗੱਲ ਕਰਾਂਗੇ ਉਹ ਮਸਲਾ ਸਾਡੇ ਗੁਰੂ ਸਾਹਿਬ ਵੀ ਕਹਿ ਗਏ ਨੇ, ਲੇਕਿਨ ਫਿਰ ਵੀ ਅਸੀਂ ਕੋਈ ਸਬਕ ਨਹੀਂ ਸਿੱਖਦੇ। ਪਾਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਲੇਕਿਨ ਪੰਜਾਬ 'ਚ ਅਸੀਂ ਨਾ ਪਾਣੀ ਰਹਿਣ ਦਿੱਤਾ, ਨਾ ਹਵਾ ਰਹਿਣ ਦਿੱਤੀ, ਨਾ ਮਿੱਟੀ ਰਹਿਣ ਦਿੱਤੀ। ਸਭ ਕੁਝ ਅਸੀਂ ਪਲੀਤ ਕਰ ਦਿੱਤਾ ਹੈਗਾ ਤੇ ਨਾ ਹੀ ਸਿੱਖਣ ਦਾ ਯਤਨ ਕਰ ਰਹੇ ਹਾਂ। ਜਿਹੜੀ ਡੇਰਾ ਬੱਸੀ 'ਚ ਘਟਨਾ ਵਾਪਰੀ ਉਹਨੇ ਹਿਲਾ ਕੇ ਰੱਖ ਦਿੱਤਾ ਹੈਗਾ ਕਿ ਜਿਹੜੀ ਨਾੜ ਨੂੰ ਅੱਗ ਲੱਗੀ ਤੇ ਇੱਕ ਛੋਟੀ ਬੱਚੀ ਰੂਪਾ ਵੀ ਉਸ ਨਾੜ ਦੇ ਵਿੱਚ ਸੜ ਕੇ ਸੁਆਹ ਹੋ ਗਈ। ਹਾਲਾਂਕਿ ਪਰਚਾ ਦਰਜ ਹੋ ਗਿਆ, ਲੇਕਿਨ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਗੁਰਦਾਸਪੁਰ ਸਾਈਡ ਵੀ ਮਸਾਂ ਬੱਚੇ ਸੀ। ਕਈ ਬੱਚੇ ਤੇ ਝੁਲਸ ਵੀ ਗਏ। ਉੱਥੇ ਵੀ ਬੱਸ ਸਕੂਲ ਲਈ ਲੰਘ ਰਹੀ ਸੀ, ਉੱਥੇ ਵੀ ਨਾੜ ਨੂੰ ਅੱਗ ਲੱਗੀ ਹੋਈ ਸੀ ਤੇ ਡਰਾਈਵਰ ਧੂਵੇਂ ਕਰਕੇ ਦੇਖ ਨਹੀਂ ਪਾਇਆ ਤੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਲੇਕਿਨ ਜਿਹੜੀ ਡੇਰਾ ਬੱਸੀ ਦੀ ਘਟਨਾ ਇਹਨੇ ਹਿਲਾ ਕੇ ਰੱਖ ਦਿੱਤਾ ਕਿ ਬੱਚੀ ਵਿਚਾਰੀ ਨੂੰ ਕੀ ਪਤਾ ਸੀ। ਉਹ ਜਾ ਕੇ ਜਦੋਂ ਅੱਗ ਲੱਗਦੀ ਝੁੱਗੀਆਂ ਨੂੰ, ਉਹ ਜਾ ਕੇ ਮੰਜੇ ਦੇ ਉਹਲੇ ਲੁਕ ਜਾਂਦੀ ਹੈਗੀ, ਵਾਣ ਵਾਲੇ ਮੰਜੇ ਤੇ। ਉਹਨੂੰ ਧੀ ਧਿਆਨ ਨੂੰ ਕੀ ਪਤਾ ਸੀ ਕਿ ਅੱਗ ਤੋਂ ਕਿਵੇਂ ਬਚਿਆ ਜਾ ਸਕਦਾ। ਲੇਕਿਨ ਜਿੰਨਾ ਅੱਗਾਂ ਲਾਈਆਂ ਉਹਨਾਂ ਨੂੰ ਤਾਂ ਪਤਾ ਕਿ ਇਹਦਾ ਕਿੰਨਾ ਨੁਕਸਾਨ ਹੋ ਸਕਦਾ। ਤੇ ਕੱਲ ਇੱਕ ਬਹੁਤ ਹੀ ਦਿਲ ਨੂੰ ਹਿਲਾਉਣ ਵਾਲੀ, ਲੂਈ ਕੰਡੇ ਖੜੇ ਕਰਨ ਵਾਲੀ ਇੱਕ ਤਸਵੀਰ ਸਾਹਮਣੇ ਆਈ ਹੈ, ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਤੇ ਇਹ ਕਿਉਂਕਿ ਜਿਹੜੇ ਚਿੱਤਰਕਾਰ ਜਾਂ ਕਲਾਕਾਰ ਜੋ ਵੀ ਬੜੇ ਕੋਮਲ ਦਿਲ ਦੇ ਹੁੰਦੇ ਨੇ, ਤੇ ਜਿਹੜੀ ਤਸਵੀਰ ਬਣਾਈ ਆ ਇਹ ਬਹੁਤ ਹੀ ਸਾਡੇ ਪੰਜਾਬ ਦੇ ਨੌਜਵਾਨ ਨਾਮੀ ਚਿਹਰੇ ਚਿੱਤਰਕਾਰ ਨੇ, ਗੁਰਪ੍ਰੀਤ ਸਿੰਘ ਜੀ ਬਠਿੰਡਾ, ਉਹਨਾਂ ਨੇ ਬਣਾਈ ਹੈਗੀ ਤੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਨੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ ਜੀ ਬਹੁਤ। ਇਹ ਕੱਲ ਜਿਹੜੀ ਤੁਹਾਡੀ ਤਸਵੀਰ ਜਿਹੜੀ ਤੁਸੀਂ ਬਣਾਈ ਹੁਣ ਵੀ ਸਕਰੀਨ ਤੇ ਦਿਖ ਰਹੀ ਆ, ਹੁਣ ਵੀ ਜਦੋਂ ਮੈਂ ਗੱਲ ਕਰ ਰਿਹਾ ਹੈਗਾ ਤੇ ਲੂਈ ਕੰਡੇ ਖੜੀ ਕਰਦੀ ਹੈ। ਅਸੀਂ ਕਿਉਂ ਨਹੀਂ ਸਬਕ ਸਿੱਖਦੇ ਹੈਗੇ ਜੀ? ਇਹ ਦਰਅਸਲ ਜਿਹੜਾ ਸਾਰਾ ਹੀ ਵਰਤਾਰਾ ਚੱਲ ਰਿਹਾ ਬੜਾ ਭਿਅੰਕਰ ਹੈ ਜੀ। ਸੰਵੇਦਨਹੀਨਤਾ ਦਾ ਦੌਰ ਹੈ ਇਹ ਇੱਕ, ਜਦੋਂ ਸਾਰੇ ਲੋਕ ਬਿਲਕੁਲ ਸੰਵੇਦਨਾ ਉਹਨਾਂ ਦੇ ਵਿੱਚ ਲੱਭਣ ਤੇ ਨਹੀਂ ਹਥਿਆਰੀ, ਮੁਨਾਫਾਖੋਰੀ ਵੱਧ ਤੋਂ ਵੱਧ ਤੇ ਮਤਲਬ ਸਵੈ ਕੇਂਦਰਤ ਜਿਹੜੀ ਸੋਚ ਇਹ ਹੋ ਚੁੱਕੀ ਹੈ ਲੋਕਾਂ ਦੀ। ਉਹਦੇ ਵਿੱਚ ਕਈ ਧਿਰਾਂ ਸ਼ਾਮਲ ਹੈ ਜੀ। ਮੈਨੂੰ ਇਹ ਲੱਗਦਾ ਕਿ ਜਿਹੜਾ ਤਿੰਨ ਇਹਦੇ ਵਿੱਚ ਮੁੱਖ ਧਿਰ ਹੈ ਇਹ ਸਾਰੇ ਵਰਤਾਰੇ ਦੇ ਪਿੱਛੇ। ਜੀ। ਇੱਕ ਤਾਂ ਸਰਕਾਰ ਜੀ, ਨੰਬਰ 2 ਜਿਹੜੀਆਂ ਕੰਪਨੀਆਂ ਜੀ, ਨੰਬਰ 3 ਅਸੀਂ ਖੁਦ, ਭਾਵੇਂ ਅਸੀਂ ਕਿਸਾਨ ਹੈ ਜਾਂ ਅਸੀਂ ਕੋਈ ਹੋਰ ਕੰਮ ਧੰਦੇ ਕਰਦੇ ਹਾਂ, ਅਸੀਂ ਮੁਨਾਫੇ ਪਿੱਛੇ, ਸਾਰੀਆਂ ਧਿਰਾਂ ਹੀ ਮੁਨਾਫੇ ਪਿੱਛੇ ਇੰਨਾ ਕੁ ਜ਼ਿਆਦਾ ਅੰਨੀ ਦੌੜ ਦੇ ਵਿੱਚ ਪੈ ਚੁੱਕੀਆਂ ਕਿ ਮਨੁੱਖਾਂ ਪ੍ਰਤੀ, ਜਾਨਵਰਾਂ ਪ੍ਰਤੀ, ਪੰਛੀਆਂ ਪ੍ਰਤੀ, ਕੀੜੇ ਮਕੌੜਿਆਂ ਪ੍ਰਤੀ ਸਾਡੀ ਸੰਵੇਦਨਾ ਉੱਕਾ ਹੀ ਨਹੀਂ ਰਹੀ। ਹੁਣ ਪਹਿਲਾਂ ਤਾਂ ਇਹ ਸੀ ਕਿ ਅਸੀਂ ਦਰਖਤ ਵੱਢ ਰਹੇ ਸੀ, ਦਰਖਤ ਸਾੜ ਰਹੇ ਸੀ, ਕੋਈ ਫੈਕਟਰੀਆਂ ਪ੍ਰਦੂਸ਼ਣ ਕਰ ਰਹੀਆਂ ਸੀ, ਸਿੱਧੇ ਢੰਗ ਨਾਲ ਬੰਦਾ ਪ੍ਰਭਾਵਿਤ ਹੋ ਰਿਹਾ ਸੀ। ਪਰ ਹੁਣ ਸਿੱਧੇ ਢੰਗ ਨਾਲ ਬੰਦਾ ਪ੍ਰਭਾਵਿਤ ਹੋ ਰਿਹਾ, ਸਿੱਧਾ ਬੱਚਿਆਂ ਦੀ ਉਦਣ ਵੈਨ ਨੂੰ ਅੱਗ ਲੱਗੀ, ਉਦੋਂ ਪਹਿਲਾਂ ਇੱਕ ਫੈਮਿਲੀ, ਹਸਬੈਂਡ ਵਾਈਫ ਤੇ ਉਹਨਾਂ ਦਾ ਇੱਕ ਹੋਣ ਵਾਲਾ ਬੱਚਾ, ਉਹ ਤਿੰਨੇ ਸੜ ਕੇ ਮਰ ਗਏ। ਇਸੇ ਤਰ੍ਹਾਂ ਆਹ ਲੇਟੈਸਟ ਜਿਹੜੀ ਘਟਨਾ ਉਹ ਮਤਲਬ ਜ਼ਿਕਰ ਕਰਦੇ ਵੀ ਘਬਰਾਹਟ ਹੋਣ ਲੱਗ ਜਾਂਦੀ ਹੈ ਸੋਚ ਕੇ ਉਸ ਗੱਲ ਦਾ, ਉਸ ਬੱਚੀ ਬਾਰੇ। ਜੀ ਜੀ ਜੀ। ਤੇ ਕੋਈ ਵੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਨਹੀਂ ਜੀ। ਮੈਂ ਪਹਿਲਾਂ ਕਈ ਸਾਲਾਂ ਤੋਂ ਕਿਸਾਨ ਧਿਰਾਂ ਦੇ ਹੱਕ ਦੇ ਵਿੱਚ ਬਣਾ ਰਿਹਾ ਸੀ ਪੇਂਟਿੰਗ, ਸੜਕਾਂ ਤੇ ਰੈਲੀਆਂ ਕੱਢ ਰਿਹਾ ਸੀ, ਰੋਸ ਮਾਰਚ ਕੱਢ ਰਿਹਾ ਸੀ, ਧਰਨਿਆਂ 'ਚ ਖੁਦ ਸ਼ਾਮਲ ਹੋ ਰਿਹਾ ਸੀ, ਭਾਸ਼ਣ ਕਰ ਰਿਹਾ ਸੀ, ਉੱਥੇ ਜਾ ਕੇ ਚਿੱਤਰ ਤਾਂ ਬਣਾ ਹੀ ਰਿਹਾ ਸੀ। ਜੀ ਜੀ। ਉਦੋਂ ਸਰਕਾਰ ਜ਼ਿੰਮੇਵਾਰੀ ਨਹੀਂ ਸੀ ਚੱਕ ਰਹੀ। ਅੱਜ ਜਦੋਂ ਇੱਕ ਸਵਾਲ ਖੜਾ ਕੀਤਾ ਕਿ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਹੈ, ਪੀੜੀ ਥੱਲੇ ਸੋਟਾਂ ਮਾਰਨ ਦੀ ਲੋੜ ਹੈ। ਮੈਂ ਪਹਿਲਾਂ ਵੀ ਇਸ ਘਟਨਾ ਤੋਂ ਪਹਿਲਾਂ ਲਗਾਤਾਰ ਕਈ ਪੋਸਟਾਂ ਪਾਈਆਂ, ਉੱਤੇ ਵੈਨ ਵਾਲੀ ਘਟਨਾ ਦੇ ਵੀ ਇੱਕ ਚਿੱਤਰ ਬਣਾਇਆ। ਉਲਟਾ ਮੈਨੂੰ ਬਹੁਤ ਲੋਕਾਂ ਨੇ ਪੁੱਠਾ ਸਿੱਧਾ ਵੀ ਬੋਲਿਆ ਜੀ। ਜਵਾਬਦੇਹੀ ਕਿਹਦੀ ਹੈ ਤੈਅ ਕਰਨਾ ਪਊਗਾ, ਹਨਾ। ਝੋਨੇ ਦੀ ਪਰਾਲੀ ਦਾ ਸਾਨੂੰ ਸਮਝ ਆ ਕਿ ਉਹ ਥੋੜਾ ਲੰਮਾ ਸਮਾਂ ਲਾਉਂਦੀ ਹੈ ਗਲਣ ਲੱਗੀ। ਮੈਂ ਖੁਦ ਖੇਤਾਂ ਦੇ ਵਿੱਚ ਬੈਠਾ ਇਸ ਟਾਈਮ ਵੀ, ਮੇਰਾ ਘਰ ਖੇਤਾਂ ਦੇ ਵਿੱਚ ਹੈ ਚਾਰੇ ਪਾਸੇ, ਤਾਂ ਮੈਂ ਖੁਦ ਵੀ ਜਿਵੇਂ ਸਬਜ਼ੀਆਂ ਲਾਉਣਾ ਹੈ, ਜਾਂ ਮੇਰੇ ਸਾਡੇ ਦਾਦੇ ਪੜਦਾਦੇ ਵੀ ਖੇਤੀਬਾੜੀ ਕਰਦੇ,
ਸਾਨੂੰ ਪੂਰੀ ਤਾਂ ਸਮਝ ਹੈ ਜੀ, ਪਰ ਕਣਕ ਦੀ ਨਾੜ ਨੂੰ ਅੱਗ ਲਾਏ ਬਿਨਾਂ ਬਿਲਕੁਲ ਸਰਦਾ। ਡੀਕੰਪੋਜ਼ਰ ਆਉਂਦਾ ਬਹੁਤ ਹੀ ਸਸਤਾ, ਉਹ ਡੀਕੰਪੋਜ਼ਰ ਪਾ ਦਿਓ, ਖੇਤ 'ਚ ਵਾਹ ਦਿਓ, ਵਿਦਨ ਡੇਜ਼ ਉਹ ਗਲ ਜਾਂਦੀ ਹੈ ਤੇ ਉਹ ਗਲ ਕੇ ਤੁਹਾਡੀ ਖੇਤਾਂ ਲਈ ਬਹੁਤ ਵਧੀਆ ਇੱਕ ਐ ਕਹ ਲਓ ਖਾਦ ਦਾ ਕੰਮ ਕਰਦੀ ਹੈ, ਤੁਹਾਡਾ ਝਾੜ ਵੱਧ ਜਾਂਦਾ। ਬਿਲਕੁਲ ਬਿਲਕੁਲ। ਪਰ ਇਹ ਵੀ ਕਰਨ ਤੋਂ ਅਸੀਂ ਇਨਕਾਰੀ ਹੈ। ਸਭ ਤੋਂ ਸੌਖਾ ਕੰਮ ਕਰਨਾ ਚਾਹੁੰਦੇ ਆ ਵੀ ਬੱਤੀ ਲਾ ਦਿਓ, ਅੱਗ ਲਗਾ ਦਿਓ, ਉਦੋਂ ਬਾਅਦ ਭਾਵੇਂ ਸੜਕਾਂ ਤੇ ਰੁੱਖ ਮੱਚੀ ਜਾਂਦੇ ਆ, ਉਹਨਾਂ 'ਚ ਆਲਣੇ ਮੱਚੀ ਜਾਂਦੇ ਆ ਤੇ ਲੇਟੈਸਟ ਭਾਵੇਂ ਬੱਚੇ ਸੜੀ ਜਾਣ, ਸਾਨੂੰ ਕੋਈ ਚੱਕਰ ਨਹੀਂ। ਅਸੀਂ ਇੱਕ ਹੋਰ ਹਉਮੈ ਦੇ ਵਿੱਚ ਅਸੀਂ ਅੱਗਿਓਂ ਇਹ ਆਖ ਰਹੇ ਹਾਂ ਕਿ ਜਿਹੜਾ ਕਿਸੇ ਨੇ ਮੈਨੂੰ ਪਰਸਨਲ ਮੈਸੇਜ ਕਰਕੇ ਵੀ ਇਹ ਕਿਹਾ ਕਿ ਤੁਸੀਂ ਇੱਕ ਜਾਤ ਦੇ ਉੱਤੇ ਕਮੈਂਟ ਸਾਡੀ ਤੇ ਕਰ ਰਹੇ ਹੋ। ਮੈਂ ਕਿਹਾ ਕਿਤੇ ਵੀ ਨਹੀਂ, ਮੈਂ ਤਾਂ ਮੈਂਸ਼ਨ ਕੀਤਾ, ਮੈਂ ਤਾਂ ਇੱਕ ਬੱਚੀ ਸੜਦੀ ਦਿਖਾਈ ਹੈ, ਉਹ ਰੋ ਰਹੀ ਹੈ। ਉਹ ਕਹਿੰਦਾ ਤੁਸੀਂ ਇਹ ਤੁਹਾਨੂੰ ਪਤਾ ਨਹੀਂ, ਉਹ ਜਿਹਨੇ ਖੇਤ ਨੂੰ ਅੱਗ ਲਾਈ ਉਹਦਾ ਕੋਈ ਹੋਰ ਧਰਮ ਹੈ, ਇਹ ਝੁੱਗੀਆਂ ਨਜਾਇਜ਼ ਬਣੀਆਂ ਹੋਈਆਂ ਸੀ। ਮਤਲਬ ਯਾਰ ਕਿਸ ਤਰ੍ਹਾਂ ਦੀ ਸੰਵੇਦਨਹੀਨਤਾ। ਮੈਂ ਸੋਚ ਕੇ ਹੈਰਾਨ ਰਹਿ ਗਿਆ ਕਿ ਉਹ ਬੰਦਾ ਇਸ ਤਰ੍ਹਾਂ ਸੋਚ ਵੀ ਕਿਵੇਂ ਸਕਦਾ। ਮਤਲਬ ਉਹ ਬੱਚੀ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਦੀ ਬਜਾਏ ਉਹ ਮਤਲਬ ਦੂਜਿਆਂ ਉੱਤੇ ਇੱਕ ਬੜੀ ਸਾਜ਼ਿਸ਼ ਤਹਿਤ ਇਲਜ਼ਾਮ ਸੁੱਟਣ ਦੀ ਕੋਸ਼ਿਸ਼ ਕਰ ਰਿਹਾ, ਇੱਕ ਇਹਨੂੰ ਧਰਮ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਜਾਤ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਜਿਹਾ ਇੱਕ ਬੰਦਾ ਨਹੀਂ, ਉਹ ਜਿਹੇ ਕਈ ਬੰਦੇ ਆ। ਅੱਛਾ, ਇੱਕ ਤੁਸੀਂ ਅੰਦਰੋਂ ਬਹੁਤ ਪੇਨ ਫੀਲ ਹੋ ਰਹੀ ਹੈ। ਇਹ ਬਹੁਤ ਹੈ ਕਿਉਂਕਿ ਤੁਸੀਂ ਲਿਖਿਆ ਕਿ ਇਹ ਜਿਹੜੀ ਤਸਵੀਰ ਆ ਇਹ ਫੇਸਬੁੱਕ ਤੇ ਨਹੀਂ ਹੋਣੀ ਚਾਹੀਦੀ, ਪਰ ਇਹ ਤਸਵੀਰ ਦੁਨੀਆ ਤੇ ਵੀ ਨਹੀਂ ਹੋਣੀ ਚਾਹੀਦੀ। ਤੇ ਜਿਹੜੇ ਤੁਹਾਨੂੰ ਲੋਕ ਸਮਝਾਉਣ ਦਾ ਯਤਨ ਕਰ ਰਹੇ, ਲੋਕ ਕਿਉਂ ਨਹੀਂ ਸਮਝਦੇ? ਅਸੀਂ ਵਾਕਈ ਬੌਧਿਕ ਪੱਖੋਂ ਕੰਗਾਲ ਹੋ ਚੁੱਕੇ ਜਾਂ ਅਸੀਂ ਖੋਖਲੇ ਹੋ ਚੁੱਕੇ ਹਾਂ? ਇਹ ਦੋਨੋਂ ਹੀ ਗੱਲਾਂ ਜੀ। ਇਹ ਮੁਨਾਫੇ ਦੀ ਮਾਰਕੀਟ ਦੀ ਜਿਹੜੀ ਇਹ ਲਾਲਚ ਹੈ, ਇਹਨੇ ਸਾਰਾ ਕੁਝ ਖਤਮ ਕੀਤਾ ਜੀ ਜ਼ਹਿਨ ਚੋਂ। ਇਹਦੇ 'ਚ ਸਰਕਾਰਾਂ ਵੀ ਮੈਂ ਕਹੂੰਗਾ ਉਨੀਆਂ ਹੀ ਸ਼ਾਮਲ ਹੈ। ਉਹ ਦੋ ਤਰੀਕੇ ਨਾਲ, ਇੱਕ ਤਾਂ ਜਦੋਂ ਪੰਜਾਬ ਨੂੰ ਗ੍ਰੀਨ ਰੈਵੋਲੂਸ਼ਨ ਦੇ ਦੌਰ ਦੇ ਵਿੱਚ ਝੋਕਿਆ, ਮੈਂ ਕਹੂੰਗਾ ਪੂਰੇ ਹਿੰਦੁਸਤਾਨ ਦਾ ਢਿੱਡ ਭਰਨ ਲਈ ਸਾਡੀਆਂ ਜ਼ਮੀਨਾਂ ਨੂੰ ਇੱਥੇ ਅੰਨ੍ਹੇਵਾਹ ਕੈਮੀਕਲ ਯੁਕਤ ਬਣਾਤਾ। ਹੁਣ ਇੰਡੀਆ ਦਾ ਸਾਡਾ ਪੂਰਾ ਮਾਲਵਾ ਬੈਲਟ ਹੈ, ਜਿਹੜੀ ਬਠਿੰਡਾ ਮਾਨਸਾ ਹਨਾ, ਇਹ ਪੂਰੀ ਬੈਲਟ ਹੈ। ਇਹ ਅਸੀਂ ਮੈਂ ਕਹੂੰਗਾ ਕੈਂਸਰ ਦੇ ਬੰਬ ਦੇ ਢੇਰ ਤੇ ਬੈਠੇ ਆ ਜੀ। ਹਰ 6ਵੇਂ-7ਵੇਂ ਬੰਦੇ ਨੂੰ ਕੈਂਸਰ ਫਾਈਂਡ ਆਊਟ ਹੋ ਰਿਹਾ ਜਦੋਂ ਟੈਸਟਾਂ ਲਈ ਜਾਂਦਾ ਜੀ ਜੀ। ਇਹਦਾ ਕਾਰਨ ਇਹੀ ਹੈ ਨਾ ਕਿ ਅਸੀਂ ਆਪਣੀਆਂ ਜ਼ਮੀਨਾਂ ਨੂੰ ਜ਼ਹਿਰੀਲੀਆਂ ਕਰ ਲਿਆ ਇਸ ਚੱਕਰ 'ਚ ਕਿ ਅਸੀਂ ਢਿੱਡ ਭਰ ਸਕੀਏ। ਉਸ ਤੋਂ ਬਾਅਦ ਸਾਨੂੰ ਇਸ ਲਾਲਚ ਪੈ ਗਿਆ ਤੇ ਜਿਹੜੀ ਇਹਦੀ ਬਾਈ ਪ੍ਰੋਡਕਟ ਹੈ, ਜਿਹੜੀ ਇਹਦੀ ਰਹਿੰਦ ਖੂੰਹਦ ਪੈਦਾ ਹੋਊਗੀ ਇੰਨੀ ਫਸਲ ਪੈਦਾ ਕਰਨ ਤੋਂ ਬਾਅਦ, ਇੰਨੀ ਸੰਘਣੀ ਫਸਲ ਪੈਦਾ ਕਰਨ ਤੋਂ ਬਾਅਦ ਜਿਹੜੀ ਰਹਿੰਦ ਖੂੰਹਦ ਪੈਦਾ ਹੋਊਗੀ ਉਹ ਵੀ ਵੱਡੀ ਗਿਣਤੀ 'ਚ ਹੋਊਗੀ। ਉਹਦਾ ਕੀ ਨਿਪਟਾਰਾ ਸਾਇੰਟੀਫਿਕਲੀ ਕੀਤਾ ਜਾਊਗਾ, ਇਹਦਾ ਕੋਈ ਬਹੁਤਾ ਵਧੀਆ ਹੱਲ ਸਰਕਾਰ ਨੇ ਵੀ ਨਹੀਂ ਸੁਝਾਇਆ ਜੀ। ਜੇ ਇਹਦਾ ਸਮਾਂ ਰਹਿੰਦੇ ਯੂਨੀਅਨਾਂ ਵੀ ਮੰਗ ਕਰਦੀਆਂ ਤੇ ਉਹ ਸੈਂਸਿਟਾਈਜ਼ ਕਰਦੀਆਂ ਕਿਸਾਨਾਂ ਨੂੰ, ਸਰਕਾਰ ਇਹਦਾ ਕੋਈ ਸਾਇੰਟੀਫਿਕ ਹੱਲ ਸੁਝਾਉਂਦੀ ਤੇ ਲੋਕ ਇਸ ਤਰ੍ਹਾਂ ਮਤਲਬ ਅੰਨ੍ਹੇਵਾਹ ਅੱਗਾ ਨਾ ਲਾਉਂਦੇ ਤਾਂ ਇਹ ਹਾਲਾਤ ਪੈਦਾ ਨਾ ਹੁੰਦੇ। ਮਤਲਬ ਸਾਰੀਆਂ ਤੇ ਰਹੀ ਕਿਤੇ ਨਾ ਕਿਤੇ ਦੋਸ਼ੀ ਹੈ। ਬਹੁਤ ਸਾਰੇ ਕਿਸਾਨ ਇਹੋ ਜਿਹੇ ਵੀ ਹੈ, ਮੇਰੀ ਆਈਡੀ ਦੇ ਵਿੱਚ ਹੀ ਸੋਸ਼ਲ ਮੀਡੀਆ ਤੇ ਜੁੜੇ ਆ, ਮੇਰੇ ਨਾਲ ਵੈਸੇ ਪਰਸਨਲੀ ਜੁੜੇ ਆ, ਜਿਹੜੇ ਕਹਿੰਦੇ ਅਸੀਂ ਤਾਂ ਨਹੀਂ ਲਾਉਂਦੇ ਅੱਗ, ਸਾਨੂੰ ਤਾਂ ਬਲਕਿ ਝਾੜ ਵੀ ਝੋਨੇ ਦਾ ਵੱਧ ਮਿਲੂਗਾ ਇਸ ਤੋਂ ਬਾਅਦ ਇਹਨੂੰ ਵਿੱਚ ਵਾਉਣ ਕਰਕੇ। ਜਿਹੜਾ ਕਹਿੰਦਾ ਕੋਈ ਮਜਬੂਰੀ ਹੈ ਇਹਨੂੰ, ਮੈਨੂੰ ਨਹੀਂ ਪਤਾ ਉਹ ਕਿਸ ਆਧਾਰ ਤੇ ਕਹਿ ਰਿਹਾ। ਕੱਲ ਵੀ ਮੇਰੇ ਕੋਈ ਮਿੱਤਰ ਆਏ ਸੀ, ਉਹ ਕਹਿੰਦੇ ਵੀ ਮੈਂ ਤਾਂ ਬਹੁਤ ਹੀ ਜ਼ਿਆਦਾ ਸਸਤੀ ਹੈ ਡੀਕੰਪੋਜ਼ਿੰਗ ਦੀ ਦਵਾਈ, ਉਹ ਪਾ ਦਿੰਦੇ ਆ ਤੇ ਵਿੱਚ ਹੀ ਵਾਹਤਾ ਮੈਂ ਤਾਂ ਆਪ। ਤੇ ਕਹਿੰਦਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਈ ਯਾਰ, ਮੈਂ ਵੀ ਦਰਮਿਆਨਾ ਕਿਸਾਨ ਹੈ, ਮੇਰੀ ਵੀ 12-13 ਕਿੱਲੇ ਜ਼ਮੀਨ ਹੈ, ਮੈਨੂੰ ਤਾਂ ਕੋਈ ਦਿੱਕਤ ਨਹੀਂ ਹੋਈ। ਫਿਰ ਲੋਕ ਕਿਵੇਂ ਇਹ ਕੁਐਸਚਨ ਖੜਾ ਕਰ ਰਹੇ ਹਨ। ਫਿਰ ਕਿਸੇ ਦੇ ਮੈਂ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਸਾਡੀ ਫਸਲ ਇੰਨੇ ਮਹੀਨੇ ਆਕਸੀਜਨ ਦਿੰਦੀ ਹੈ, ਉਹ ਤੁਹਾਨੂੰ ਨਹੀਂ ਦਿਖੀ, ਅੱਗ ਲੱਗੀ ਸਾਡੀ ਤੁਹਾਡੇ ਦੇਖੀ। ਮੈਂ ਕਹਿੰਦਾ ਵੀ ਜਿੰਨਾ ਤੁਹਾਨੂੰ ਕਿਸਾਨ ਹੋਣ ਕਰਕੇ ਰਿਸਪੈਕਟ ਮਿਲਦੀ ਹੈ ਉਹ ਬਹੁਤ ਹੈ। ਤੁਹਾਡੀ ਰਿਸਪੈਕਟ ਕਰਨ ਕਰਕੇ ਲੋਕ, ਸਾਰੇ ਵਰਗਾਂ ਦੇ ਲੋਕ ਜਿੱਦਾਂ ਖੇਤੀਬਾੜੀ ਨਾਲ ਨੇੜੇ ਤੇੜੇ ਦਾ ਵੀ ਰਿਲੇਸ਼ਨ ਨਹੀਂ ਸੀ, ਉਹ ਵੀ ਦਿੱਲੀ ਜਾ ਕੇ ਬੈਠੇ ਸੀ ਧਰਨੇ ਤੇ, ਇਸੇ ਕਰਕੇ ਬੈਠੇ ਸੀ ਨਾ ਕਿ ਤੁਹਾਡੀ ਰਿਸਪੈਕਟ ਕਰਦੇ ਆ। ਪਰ ਅੱਜ ਜੇ ਕੋਈ ਕੁਐਸਚਨ ਖੜਾ ਕਰ ਰਿਹਾ ਤਾਂ ਉਹਨੂੰ ਜਲੀਲ ਨਾ ਕਰੋ। ਤੁਸੀਂ ਦੇਖੋ ਕਿ ਕਿਤੇ ਨਾ ਕਿਤੇ ਤੁਹਾਡੇ 'ਚ ਵੀ ਗਲਤੀ ਹੈ। ਅੱਛਾ, ਤੁਸੀਂ ਇੱਕ ਪੋਸਟ ਵੀ ਸ਼ੇਅਰ ਕੀਤੀ ਕਿ ਬਿੱਲ ਕਾਲੇ ਨਹੀਂ ਹੁੰਦੇ,
ਦਿਲ ਵੀ ਕਾਲੇ ਹੁੰਦੇ ਨੇ। ਤੇ ਮੈਂ ਇਹ ਸਮਝਿਆ ਜਦੋਂ ਕੱਲ ਤੁਸੀਂ ਇਹ ਬੇਟੀ ਦੀ ਤਸਵੀਰ ਬਣਾਈ ਹੈ ਜਿਹੜੀ ਇਸ ਦੁਨੀਆ ਦੇ ਵਿੱਚ ਵਿਚਾਰੀ ਨੂੰ ਕੁਝ ਦੇਖਿਆ ਵੀ ਨਹੀਂ ਹੈਗਾ ਗਾ, ਤੇ ਬੜੇ ਹੱਥ ਤੇ ਬਹੁਤ ਕੰਬੇ ਹੋਣੇ ਜੀ ਕਿ ਨਾ। ਮੈਂ ਤੇ ਆਪ ਜਦੋਂ ਸ਼ੁਰੂਆਤ ਕੀਤੀ ਜਾਂ ਕੱਲ ਦੀ ਜਦੋਂ ਮੈਂ ਵਾਰ-ਵਾਰ ਤਸਵੀਰ ਦੇਖ ਰਿਹਾ ਹੈਗਾ, ਉਹ ਕਿੰਨੀ ਵਾਰ ਮੈਂ ਵੇਖ ਚੁੱਕਾ ਹੈਗਾ ਕਿ ਬੇਟੀ ਦਾ ਵਿਚਾਰੀ ਸੀ। ਤੇ ਜਿਹੜੇ ਲੋਕ ਤੁਹਾਨੂੰ ਜਾਂ ਸਾਨੂੰ ਸਲਾਹਾਂ ਦਿੰਦੇ ਜਾਂ ਜਿਹਦੇ ਖੇਤਾਂ 'ਚ ਪੈਲੀਆਂ ਦੇ ਵਿੱਚ ਨਾੜ ਨੂੰ ਅੱਗ ਲਾਈ ਗਈ ਆ, ਮੈਨੂੰ ਲੱਗਦਾ ਉਹਨੂੰ ਤਾਂ ਕੋਈ ਚਿੰਤਾ ਵੀ ਨਹੀਂ ਹੋਣੀ। ਨਹੀਂ ਬਿਲਕੁਲ ਨਹੀਂ ਜੀ। ਕੱਲ ਮੈਂ ਜਾ ਰਿਹਾ ਸੀ ਥੋੜੇ ਦੇ ਦਫ਼ਤਰ, ਰਾਹ 'ਚ ਦਰਖਤਾਂ ਨੂੰ ਅੱਗ ਲੱਗੀ ਪਈ ਸੀ ਸੜਕ ਦੇ ਕਿਨਾਰੇ ਤੇ ਜਿਹੜੇ ਨੇ ਲਾਈ ਸੀ ਉਹ ਬੰਦਾ ਪਰਾਂ ਖੇਤਾਂ ਦੇ ਵਿੱਚ ਖੜਾ ਦੇਖੀ ਜਾਂਦਾ ਆਰਾਮ ਨਾਲ, ਉਹ ਬੁਝਾਉਣ ਦੀ ਵੀ ਕੋਸ਼ਿਸ਼ ਨਹੀਂ ਕਰਦਾ। ਮੈਨੂੰ ਇਹ ਮੈਂ ਕਹਿੰਦਾ ਵੀ ਚਲੋ ਮਜਬੂਰੀ ਹੋ ਗਈ ਲੱਖ, ਤੁਸੀਂ ਜਮਾਂ ਹੀ ਨਹੀਂ ਵਾਹ ਹੀ ਨਹੀਂ ਸਕਦੇ, ਤੁਹਾਡੇ ਕੋਲੇ ਕੋਈ ਸਾਧਨ ਨਹੀਂ, ਤੁਸੀਂ ਖੇਤ ਨੂੰ ਦੁਬਾਰਾ ਵਾਹ ਵੀ ਨਹੀਂ ਸਕਦੇ ਇਹ ਲਾ ਲਓ, ਪਰ ਐਟਲੀਸਟ ਤੁਸੀਂ ਉੱਥੋਂ ਕਲੀਅਰ ਕਰ ਦਿੰਦੇ ਜਿਹੜੀ ਜ਼ਮੀਨ ਹੈ ਨਾ, ਜਿਹੜੀ ਨਾਲ ਲੱਗਦੀ ਹੈ ਦਰਖਤਾਂ ਦੇ ਨਾਲ ਲੱਗਦੀ ਹੈ ਜ਼ਮੀਨ, ਉੱਥੋਂ ਕਲੀਅਰ ਕਰ ਦੋ, ਪਾਣੀ ਦਾ ਇੰਤਜ਼ਾਮ ਰੱਖੋ, ਫੇਰ ਫੂਕ ਲਓ ਯਾਰ। ਘੱਟੋ ਘੱਟ ਦਰਖਤ ਤਾਂ ਨਾ ਬਚਣ, ਉਹਨਾਂ ਤੇ ਰਹਿੰਦੇ ਪੰਛੀ ਤਾਂ ਨਾ ਬਚਣ, ਤੇ ਮਤਲਬ ਆਹ ਹਾਦਸੇ ਇਹੋ ਜਿਹੇ ਤਾਂ ਨਾ ਹੋਣ ਜੇ ਤੁਸੀਂ ਰਹਿ ਹੀ ਨਹੀਂ ਸਕਦੇ ਕਿਸੇ ਵੀ ਤਰੀਕੇ ਨਾਲ। ਥੋੜੀ ਜਿਹੀ ਸੋਚ ਸਮਝ ਕੇ ਕਰ ਲਓ ਇਹ ਕੰਮ ਯਾਰ। ਮਤਲਬ ਮੈਂ ਇਹੋ ਜਿਹੀ ਵੀ ਵੀਡੀਓ ਦੇਖ ਰਿਹਾ, ਕਿਸਾਨ ਰੋ ਰਿਹਾ, ਉਹਦਾ ਟਰੈਕਟਰ ਸੜ ਰਿਹਾ ਪਿੱਛੇ ਖੜਾ, ਤੇ ਉਹ ਰੱਬ ਨੂੰ ਲਾਂਭਾ ਦੇ ਰਿਹਾ ਕਿ ਰੱਬਾ ਨੇ ਕੀ ਕੀਤਾ ਤੂੰ। ਨਾਲ ਪਤਾ ਲੱਗ ਰਿਹਾ ਥੱਲੇ ਨਾੜ ਨੂੰ ਵੀ ਅੱਗ ਲੱਗੀ ਹੋਈ ਹੈ, ਵੀ ਰੱਬ ਨੇ ਨਹੀਂ ਕੀਤਾ, ਉਹ ਤੁਸੀਂ ਨਾੜ ਨੂੰ ਅੱਗ ਲਾਈ, ਉਹ ਨਾੜ ਦੀ ਅੱਗ ਤੇ ਬਿਲਕੁਲ ਬੇਧਿਆਨੇ ਹੋ ਕੇ ਲਾਈ, ਹਵਾ ਉਧਰ ਦੀ ਚੱਲ ਪਈ ਤੇ ਤੁਹਾਡਾ ਟਰੈਕਟਰ ਸੜ ਗਿਆ। ਇਹ ਗਲਤੀ ਆਪਣੀ ਹੈ, ਆਪਣੀ ਪੀੜ੍ਹੀ ਥੱਲੇ ਅਸੀਂ ਸੋਟਾ ਮਾਰਨ ਨਹੀਂ ਗਿੱਝੇ। ਮੈਨੂੰ ਉਲਟਾ ਕਿਸੇ ਨੇ ਕਿਹਾ ਕਿ ਤੁਸੀਂ ਦੱਸੋ ਕੀ ਕੀਤਾ, ਅੱਜ ਤੱਕ ਕਿੰਨੇ ਦਰਖਤ ਲਾਏ ਆ। ਮੈਂ ਕਿਹਾ ਮੈਂ 200 ਦਰਖਤ ਲਾ ਚੁੱਕਿਆ ਜੀ। ਅੱਛਾ ਜੀ। ਮੈਂ 6 ਦਰਖਤ ਤਾਂ ਪਿਛਲੇ ਹਫ਼ਤੇ ਲਾਏ ਆ ਸੁਹਾਂਜਣਾ ਵਗੈਰਾ ਦੇ, ਤੇ 100 ਦਾ ਮੈਂ ਟਾਰਗੇਟ ਲਿੱਤਾ ਵੀ ਆ ਜਿਹੜੀਆਂ ਬਰਸਾਤਾਂ ਆਉਣੀਆਂ ਉਸ 'ਚ ਅਸੀਂ 100 ਦਰਖਤ ਲਾਉਣ ਦਾ ਟਾਰਗੇਟ ਲਿੱਤਾ ਮੈਂ ਤੇ ਮੇਰੇ ਬਾਈ। ਮੈਂ ਤਾਂ ਅਸੀਂ ਆਪਦੇ ਹਿੱਸੇ ਦਾ ਕਰ ਰਹੇ ਯਾਰ, ਲੋਕ ਵੀ ਮੈਂ ਚਾਹੁੰਦਾ ਕਿ ਹੋਰ ਵੀ ਲੋਕ ਕਰਨ। ਮੈਨੂੰ ਵੀ ਪਤਾ ਵੀ ਹੋਰ ਵੀ ਫਿਰ ਕਿਨੇ ਕਿਹਾ ਕਿ ਬੁੱਢੇ ਨਾਲਾ ਜਿਹੜਾ ਲੁਧਿਆਣੇ ਵਾਲਾ, ਉਹਦੇ 'ਚ ਪੋਲਿਊਸ਼ਨ ਵਾਲਾ ਪਾਣੀ ਪੈਣੋਂ ਪਹਿਲਾਂ ਰੋਕ ਲਓ, ਫੇਰ ਸਾਨੂੰ ਸਵਾਲ ਖੜਾ ਕਰਿਓ। ਉਸ ਤੇ ਵੀ ਕਰ ਰਹੇ ਹਾਂ ਅਸੀਂ ਤਾਂ। ਜਸਵੰਤ ਜ਼ਫਰ ਭਾਜੀ ਹੈ ਪੋਇਟ, ਉਹਨਾਂ ਨੇ ਬੜੀ ਵਧੀਆ ਮੁਹਿੰਮ ਕੱਢੀ ਹੋਈ ਆ, ਅਸੀਂ ਉਹਨਾਂ ਨਾਲ ਵੀ ਗਏ ਉੱਥੇ ਲੁਧਿਆਣੇ ਜਾ ਕੇ, ਉੱਥੇ ਚਿੱਤਰ ਵੀ ਬਣਾਇਆ, ਉੱਥੇ ਰੁਕ ਕੇ ਮਤਲਬ ਪ੍ਰੋਗਰਾਮ ਵੀ ਕੀਤੇ, ਲੋਕਾਂ ਨੂੰ ਸੈਂਸਿਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਸਰਕਾਰ ਤੇ ਦਬਾਅ ਬਣਾਇਆ ਕਿ ਸਰਕਾਰ ਵੀ ਐਕਸ਼ਨ ਲਵੇ ਜਿਹੜੀਆਂ ਫੈਕਟਰੀਆਂ ਉਹਨਾਂ ਦੇ ਖਿਲਾਫ। ਅਸੀਂ ਸਾਰਿਆਂ ਦੇ ਖਿਲਾਫ ਬੋਲ ਰਹੇ ਹਾਂ ਜਿਹੜਾ ਵੀ ਗਲਤ ਕਰ ਰਿਹਾ, ਪਰ ਘੱਟੋ ਘੱਟ ਅਸੀਂ ਇੰਟਰੋਸਪੈਕਟ ਕਰਨਾ ਸਿੱਖੀਏ, ਅੰਤਰ ਝਾਤ ਮਾਰਨਾ ਸਿੱਖੀਏ ਕਿ ਕੀ ਕਿਤੇ ਮੈਂ ਵੀ ਗਲਤ ਤਾਂ ਨਹੀਂ ਹੈਗਾ। ਅੱਛਾ, ਇੱਕ ਹੋਰ ਹੈ, ਲੋਕ ਸੰਵੇਦਨਸ਼ੀਲ ਉਦੋਂ ਹੀ ਹੁੰਦੇ ਜਦੋਂ ਆਪਣੇ ਘਰ ਅੱਗ ਲੱਗਦੀ ਹੈਗੀ ਹੈ। ਖੁਦਾ ਨਾ ਖਾਸਤਾ ਅਗਰ ਜਿਨ੍ਹਾਂ ਨੇ ਪੈਲੀ ਦੇ ਵਿੱਚ ਨਾੜ ਨੂੰ ਅੱਗ ਲਾਈ, ਜੇ ਉਹਨਾਂ ਦੇ ਘਰ ਕੋਈ ਏਦਾਂ ਦਾ ਦੁਖਾਂਤ ਵਾਪਰ ਜਾਂਦਾ, ਅਸੀਂ ਮਾਫੀ ਚਾਹਾਂਗੇ, ਏਦਾਂ ਦੀ ਗੱਲ ਤਾਂ ਨਹੀਂ ਕਰਨੀ ਚਾਹੀਦੀ, ਪਰ ਮੈਨੂੰ ਲੱਗਦਾ ਕਿ ਲੋਕ ਉਦੋਂ ਹੀ ਸੁਧਰਦੇ ਹੈਗੇ ਜੀ। ਉਦੋਂ ਸੈਂਸਿਟੀਵਿਟੀ ਆਉਂਦੀ ਹੈ, ਪਰ ਉਦੋਂ ਆ ਵੀ ਆ ਜਾਂਦਾ ਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਉਹ ਰੱਬ ਨੂੰ ਲਾਂਭਾ ਦੇਈ ਜਾਂਦਾ ਬੰਦਾ ਕਿ ਦੇਖੋ ਜੀ ਮੈਨੂੰ ਮੇਰੇ ਨਾਲ ਤੋਂ ਧੱਕਾ ਕਰ ਗਿਆ ਰੱਬਾ। ਮਤਲਬ ਉਦੋਂ ਵੀ ਸਾਡਾ ਨਾ ਬੰਦਾ ਜਿਹੜਾ ਬੰਦਾ, ਮੈਂ ਤੁਹਾਨੂੰ ਇੱਕ ਬੇਸਿਕ ਦੱਸਦਾ ਜਗਤਾਰ ਜੀ, ਬੰਦੇ ਦੀ ਆਦਤ ਕੀ ਹੈ। ਜਿਵੇਂ ਸਾਡਾ ਪੈਰ ਆ ਜਾਂਦਾ ਨਾ ਕੰਡੇ ਤੇ, ਤਾਂ ਅਸੀਂ ਕਹਿੰਦੇ ਸਾਡੇ ਪੈਰ 'ਚ ਕੰਡਾ ਵੱਜਿਆ, ਅਸੀਂ ਦੋਸ਼ ਕੰਡੇ ਤੇ ਦਿੰਦੇ ਆ ਵੀ ਕੰਡੇ ਦੇ ਕੋਈ ਪੈਰ ਲੱਤਾਂ ਨਹੀਂ ਸੀ ਲੱਗੀਆਂ, ਉਹ ਭੱਜ ਕੇ ਆ ਕੇ ਤੁਹਾਡੇ ਪੈਰ 'ਚ ਵੱਜ ਗਿਆ। ਇਹ ਸਾਡੀ ਮਨੁੱਖੀ, ਅਸੀਂ ਕਹਿੰਦੇ ਸਾਡੇ ਪੈਰ 'ਚ ਕੰਡਾ ਵੱਜਿਆ, ਅਸੀਂ ਕਦੇ ਇਹ ਨਹੀਂ ਕਹਿੰਦੇ ਕਿ ਮੇਰਾ ਪੈਰ ਕੰਡੇ ਦੇ ਉੱਤੇ ਆ ਕੇ ਵੱਜਿਆ। ਅਸੀਂ ਬੇਜਾਨ ਜਿਹੜਾ ਕੰਡਾ ਪਿਆ ਉਹਦਾ ਦੋਸ਼ ਕੱਢ ਰਹੇ ਆ, ਮੇਰੇ ਆ ਚੀਜ਼ ਵੱਜੀ। ਅਸੀਂ ਚੀਜ਼ਾਂ ਨੂੰ ਦੋਸ਼ ਦੇ ਰਹੇ ਹਾਂ ਜਿਹੜੀਆਂ ਬਿਲਕੁਲ ਨਿਰਜੀਵ ਹੈ ਚੀਜ਼ਾਂ। ਅਸੀਂ ਆਪਦੇ ਸਿਰ ਤੇ ਦੋਸ਼ ਲੈਣਾ ਨਹੀਂ ਜਾਣਦੇ, ਅਸੀਂ ਜ਼ਿੰਮੇਵਾਰੀ ਚੱਕਣਾ ਨਹੀਂ ਜਾਣਦੇ। ਜਦੋਂ ਕੋਈ ਸਾਨੂੰ ਜ਼ਿੰਮੇਵਾਰੀ ਚੱਕਣ ਲਈ ਕਹਿੰਦਾ ਤਾਂ ਅਸੀਂ ਦੂਜਿਆਂ ਦੇ ਸਿਰ ਤੇ ਦੋਸ਼ ਮੜਦੇ ਆ ਕਿ ਦੇਖੋ ਉਹ ਵੀ ਤਾਂ ਕਰ ਰਿਹਾ, ਤੁਸੀਂ ਪਹਿਲਾਂ ਉਹਨੂੰ ਸਵਾਲ ਕਰੋ, ਉਹ ਵੀ ਤਾਂ ਕਰ ਰਿਹਾ ਨਾ। ਜਿਵੇਂ ਕੋਈ ਚਲਾਨ ਕੱਟਣ ਲੱਗਦਾ ਪੁਲਿਸ ਵਾਲਾ ਕਿਸੇ ਦਾ ਰੋਕ ਕੇ, ਉਹ ਕਹਿੰਦਾ ਉਹ ਜਿਹੜੇ ਲੰਘੀ ਜਾਂਦੇ ਪਹਿਲਾਂ ਉਹਨਾਂ ਨੂੰ ਰੋਕ, ਫੇਰ ਮੇਰਾ ਕੱਟੀ, ਉਹ ਕਹਿੰਦਾ ਇੱਕ ਇੱਕ ਕਰਕੇ ਕੱਟੂਗਾ ਮੈਂ ਨਾ। ਤਾਂ ਮਤਲਬ ਅਸੀਂ ਜਿਵੇਂ ਇਹ ਇਸ ਤਰ੍ਹਾਂ ਹੈ ਕਿ ਕੋਈ ਕੇਸ 'ਚ ਜੱਜ ਕਤਲ ਦੇ ਕੇਸ 'ਚ ਬੰਦੇ ਨੂੰ ਸਜ਼ਾ ਸੁਣਾਉਣ ਲੱਗੇ ਤੇ ਕਾਤਲ ਇਹ ਕਵੇ ਕਿ ਫਲਾਨੇ ਕਾਤਲ ਵੀ ਦੁਨੀਆ ਤੇ ਹੋਏ ਆ, ਇਸ ਕਰਕੇ ਮੇਰਾ ਕਤਲ ਕਰਨਾ ਜਾਇਜ਼ ਹੈ। ਜਾਂ ਫਲਾਨੇ ਬੰਦੇ ਨੂੰ ਕਤਲ ਦੀ ਸਜ਼ਾ ਨਹੀਂ ਸੀ ਮਿਲੀ ਤਾਂ ਮੈਨੂੰ ਵੀ ਨਾ ਮਿਲੇ। ਅਸੀਂ ਜਿਹੜੇ ਤਰਕ ਬੜੇ
ਬੇਹੁਦੇ ਜੇ ਦਿੰਦੇ ਹੈਗੇ, ਔਰ ਫਿਤਰਤ ਆ, ਅਸੀਂ ਮਤਲਬ ਆਪਣੀ ਫਿਤਰਤ 'ਚ ਕੋਈ ਬਦਲਾਅ ਨਹੀਂ ਲੈ ਕੇ ਆਉਣਾ ਚਾਹੁੰਦੇ ਹੈਗੇ ਕਿ ਪਹਿਲਾਂ ਦੂਜਿਆਂ ਨੂੰ ਸੁਧਾਰੋ ਫਿਰ ਸਾਨੂੰ ਗਿਆਨ ਦਿਓ। ਪਰ ਇਹੋ ਲੋਕ ਬਾਅਦ 'ਚ ਵੱਡੀਆਂ ਵੱਡੀਆਂ ਸਲਾਹਾਂ ਦਿੰਦੇ ਹੈਗੇ ਨੇ। ਇਹਦਾ ਹੱਲ ਕੀ ਤੁਹਾਨੂੰ ਲੱਗਦਾ? ਜਿੱਦਾਂ ਸਮਾਜ ਉਹ ਸਰਕਾਰ ਹੀ ਆ, ਸਰਕਾਰ ਕਿੱਥੇ ਕਿੱਥੇ ਜਾਏਗੀ? ਇਹਦਾ ਦੋ ਤਰੀਕਿਆਂ ਦਾ ਹੱਲ ਕਰਨਾ ਪਊ ਜੀ। ਇੱਕ ਤਾਂ ਕਿਸਾਨ ਯੂਨੀਅਨਾਂ ਨੂੰ, ਕਿਸਾਨਾਂ ਨੂੰ ਮਿਲ ਕੇ ਸਿਰ ਜੋੜਨੇ ਪੈਣਗੇ ਕਿ ਆਪਾਂ ਸੈਂਸਿਟਿਵ ਹੋਈਏ। ਨੰਬਰ 2, ਕੁਦਰਤ ਪ੍ਰਤੀ ਸੈਂਸਿਟਿਵ ਹੋਈਏ। ਨੰਬਰ 2, ਸਰਕਾਰਾਂ ਨੂੰ ਇਹਦਾ ਹੱਲ ਕੱਢਣਾ ਪਊ ਕਿ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਲਈ ਉਹ ਸੋਲਿਡ ਕੀ ਤੁਹਾਨੂੰ ਮਤਲਬ ਹੱਲ ਕੀ ਦਿੰਦੀ ਹੈ, ਵਿਗਿਆਨਕ ਢੰਗ ਦੇ ਹੱਲ। ਨਾ ਸਿਰਫ ਹੱਲ, ਉਹ ਇਕਨੋਮਿਕਲੀ ਸਟਾਰਟਿੰਗ ਦੇ ਵਿੱਚ ਹੈਲਪ ਕਰਨੀ ਪਊਗੀ। ਮੈਨੂੰ ਇਹ ਲੱਗਦਾ ਕਿ ਜਿਹੜੇ ਪਿੱਛੇ ਅਸੀਂ 1 ਸਾਲ ਲਗਾਤਾਰ ਦਿੱਲੀ ਬੈਠੇ ਰਹੇ, ਉਹ ਅਸੀਂ ਕਾਰਪੋਰੇਟ ਸੈਕਟਰ ਦੇ ਖਿਲਾਫ ਬੈਠੇ ਜੀ। ਉਸ ਦਾ ਇੱਕੋ ਇੱਕ ਬਦਲ ਹੈ ਕੋਆਪਰੇਟਿਵ। ਜੀ। ਸਾਨੂੰ ਇੱਕ ਪੁਰਾਣੇ ਢੰਗ ਦੀਆਂ ਜਿਹੜੀਆਂ ਸੁਸਾਇਟੀਆਂ ਸੀ ਉਹ ਨਹੀਂ, ਸਾਨੂੰ ਨਵੇਂ ਢੰਗ ਦੇ ਕੋਆਪਰੇਟਿਵ ਬਣਾਉਣੇ ਪੈਣਗੇ ਜਿਹੜੇ ਕਿ ਕਾਰਪੋਰੇਟ ਦੇ ਮਾਡਲ ਤੇ ਬਣੇ ਹੋਣ। ਮੇਰਾ ਮਤਲਬ ਕਾਰਪੋਰੇਟ ਦਾ ਮਾਡਲ ਦਾ ਕਹਿਣ ਦਾ ਮਤਲਬ ਮੁਨਾਫਾਖੋਰੀ ਨਹੀਂ। ਕਾਰਪੋਰੇਟ ਦਾ ਮਾਡਲ ਵੀ ਉਹਨਾਂ ਦੇ ਮਾਰਕੀਟਿੰਗ ਦੇ ਢੰਗ ਸਿੱਖਣੇ ਪੈਣਗੇ ਸਾਨੂੰ। ਜੀ। ਜੇ ਅੱਜ ਮੈਂ ਕਿਸੇ ਨਾਲ ਗੱਲ ਕਰਦਾ ਤਾਂ ਉਹ ਕਹਿੰਦਾ ਵੀ ਸਬਜ਼ੀਆਂ ਤਾਂ ਫੇਲ ਹੋ ਗਈਆਂ, ਸਾਨੂੰ 2 ਰੁਪਏ ਕਿਲੋ ਵੇਚਣੀ ਪਈ। ਉਹ ਇਸ ਕਰਕੇ ਕਿ ਸਾਨੂੰ ਮਾਰਕੀਟਿੰਗ ਨਹੀਂ ਆਉਂਦੀ। ਸਾਨੂੰ ਸਰਕਾਰ ਨੂੰ ਅੱਗੇ ਆਉਣਾ ਪਊ, ਯੂਨੀਅਨਾਂ ਨੂੰ ਅੱਗੇ ਆਉਣਾ ਪਊ, ਸਾਨੂੰ ਗਰੁੱਪ ਬਣਾਉਣੇ ਪੈਣਗੇ। ਇੱਕ ਵਾਰੀ ਥੋੜਾ ਜਿਹਾ ਲਾਲਚ ਛੱਡਣਾ ਪਊ, ਵੱਡੇ ਪੱਧਰ ਤੇ ਖੇਤੀਬਾੜੀ ਹੋਵੇ, ਕੁਦਰਤੀ ਢੰਗ ਤਰੀਕੇ ਵੱਧ ਅਪਣਾਏ ਜਾਣ ਤੇ ਜਿਹੜੀ ਫਸਲਾਂ ਉਹ ਘੱਟ ਜ਼ਹਿਰੀਲੀਆਂ ਹੋਣ। ਸਮਾਂ ਜ਼ਰੂਰ ਲੱਗੂਗਾ 4-5 ਸਾਲ ਦਾ। ਇੱਕ ਵਾਰ ਤਾਂ ਜਿੰਨੀ ਜ਼ਹਿਰ ਆ ਚੁੱਕੀ ਹੈ ਸਾਡੇ ਖੇਤਾਂ 'ਚ, ਉਹਨੂੰ ਮੁੱਕਣ ਨੂੰ ਤਾਂ ਵੈਸੇ 25-30 ਸਾਲ ਲੱਗਣਗੇ, ਪਰ ਇੱਕ ਵਾਰੀ 4-5 ਸਾਲਾਂ ਦੇ ਵਿੱਚ ਗੱਡੀ ਲੀਹ ਤੇ ਪੈ ਜਾਊਗੀ, ਲਾਈਨ ਤੇ ਪਾ ਜੂਗੀ ਗੱਡੀ। ਉਹਦੇ ਲਈ ਸਾਰਾ 3 ਮੁਖੀ ਸਾਨੂੰ ਇਹ ਕੰਮ ਕਰਨਾ ਪਊਗਾ। ਕਿਸਾਨ, ਯੂਨੀਅਨਾਂ ਤੇ ਸਰਕਾਰ ਇਹ ਮਿਲ ਕੇ ਕੰਮ ਕਰਨਗੇ, ਫਿਰ ਜਾ ਕੇ ਇਸ ਗੱਲ ਦਾ ਹੱਲ ਨਿਕਲ ਸਕਦਾ। ਅਦਰਵਾਈਜ਼ ਬਹੁਤ ਔਖਾ ਹੈ। ਕੋਆਪਰੇਟਿਵ ਬਣਾਉਣੇ ਪੈਣਗੇ ਕਾਰਪੋਰੇਟ ਦਾ ਮੁਕਾਬਲਾ ਕਰਨ ਲਈ। ਸਾਨੂੰ ਲਾਲਚ ਪਰਸਨਲ ਛੱਡਣਾ ਪਊਗਾ, ਕੁਦਰਤ ਬਾਰੇ ਸੋਚਣਾ। ਮਤਲਬ ਇਹ ਜਿਹੜਾ ਨਾੜ ਵਾਲਾ ਮਸਲਾ, ਇਹ ਤੇ ਬਿਲਕੁਲ ਜਿਹੜੀ ਸ਼ੁਰੂਆਤੀ ਦੌਰ ਤੇ ਉਹ ਪਿੰਡ ਦੀ ਪੰਚਾਇਤ ਵੀ ਫੈਸਲਾ ਲੈ ਸਕਦੀ ਹੈ। ਕਿਸਾਨ ਜਥੇਬੰਦੀਆਂ ਵੀ ਅਸੀਂ ਨਾੜ ਨਹੀਂ ਸਾੜਨਾ ਹੈਗਾ। ਜਿਹੜਾ ਤੁਸੀਂ ਦੱਸਿਆ ਹੈਗਾ ਕਿ ਜਿਹੜਾ ਡੀਕੰਪੋਜ਼ਰ ਹੈਗਾ ਉਹਦੇ ਨਾਲ ਉਹਨੂੰ ਛਿੜਕਾਅ ਕਰਦੀ ਹੈ ਔਰ ਖਾਦ ਵੀ ਬਣ ਜਾਂਦੀ ਹੈ। ਇੱਕ ਦੂਜੇ ਸਾਲ ਬਾਅਦ ਸ਼ਾਇਦ ਜਿਹੜੀ ਜ਼ਮੀਨ ਆ ਉਹ ਵਧੀਆ ਬਣ ਜੇ, ਚੰਗਾ ਝਾੜ ਨਿਕਲੇ। ਪਰ ਇਹ ਤਾਂ ਪੰਚਾਇਤ ਲੈਵਲ ਤੇ ਫੈਸਲਾ ਕੀਤਾ ਜਾ ਸਕਦਾ, ਜਾਂ ਸਰਕਾਰ ਵੀ ਕਹਿ ਸਕਦੀ ਜਿਹੜੀ ਪੰਚਾਇਤ, ਜਿਸ ਪੰਚਾਇਤ ਦੇ ਅਧੀਨ ਜਿਹੜੀ ਰਕਬਾ ਹੈਗਾ, ਜੋ ਨਾੜ ਨੂੰ ਅੱਗ ਨਹੀਂ ਲਾਊਗੀ ਤੇ ਸਪੈਸ਼ਲ ਤੌਰ ਤੇ ਉਸ ਗ੍ਰਾਮ ਪੰਚਾਇਤ ਨੂੰ ਅਸੀਂ ਉਹਦੇ ਹੌਸਲਾ ਅਫਜ਼ਾਈ ਵਾਸਤੇ ਕੋਈ ਨਾਮ ਵੀ ਸਪੈਸ਼ਲ ਵਿਸ਼ੇਸ਼ ਗ੍ਰਾਂਟ ਵੀ ਰੱਖੀ ਜਾ ਸਕਦੀ ਹੈਗੀ। ਇਹ ਜੋ ਕੀਤਾ ਹੈ ਗਵਰਨਮੈਂਟ ਨੇ ਕਿ ਜਿਵੇਂ ਕਿਸੇ ਇੱਕ ਪਿੰਡ 'ਚ ਪਸ਼ੂ ਹਸਪਤਾਲ ਖੋਲਿਆ ਗਾ, ਜਿਨ੍ਹਾਂ ਨੇ ਜ਼ਮੀਨ ਆਪਣੀ ਦੱਬੀ ਹੋਈ ਜ਼ਮੀਨ ਜਿਹੜੀ ਸਰਕਾਰੀ ਉਹ ਆਪਣੇ ਆਪ ਘੋਸ਼ਿਤ ਕਰਤੀ ਕਿ ਅਸੀਂ ਸਰਕਾਰ ਨੂੰ ਦਿੰਦੇ ਹਾਂ ਵਾਪਸ। ਪਰ ਇਹੋ ਜਿਹੇ ਨਾਮ, ਇਹੋ ਜਿਹਾ ਹੌਸਲਾ ਅਫਜ਼ਾਈ ਸਰਕਾਰ ਨੂੰ ਲੋਕਾਂ ਨੂੰ ਦੇਣੀ ਚਾਹੀਦੀ ਹੈ। ਫੋਰ ਐਗਜ਼ਾਮਪਲ, ਇੱਕ ਸ਼ਾਇਦ ਕਾਨੂੰਨ ਹੈਗਾ ਕਿ ਜਿਹੜੇ ਸੜਕ ਦੇ ਕਿਨਾਰੇ ਤੇ ਖੜੇ ਦਰਖਤ ਹੈ ਉਹ ਜਿਹਦੀ ਜ਼ਮੀਨ ਦੇ ਨਾਲ ਲੱਗਦੇ ਆ। ਫੋਰ ਐਗਜ਼ਾਮਪਲ, ਮੇਰੀ ਜ਼ਮੀਨ ਸੜਕ ਦੇ ਨਾਲ ਲੱਗਦੀ ਹੈ ਤੇ ਉੱਥੇ ਜਿੰਨੇ ਦਰਖਤ ਹੈ ਉਹਨਾਂ ਦੀ ਕਟਾਈ ਹੁੰਦੀ ਹੈ ਇੱਕ ਉਮਰ ਤੋਂ ਬਾਅਦ। ਉਹ ਕਟਾਈ ਹੋ ਕੇ ਉਹਦਾ ਹਿੱਸਾ ਇੱਕ ਕਿਸਾਨ ਨੂੰ ਮਿਲਣਾ ਚਾਹੀਦਾ ਜੀ। ਫੋਰ ਐਗਜ਼ਾਮਪਲ, ਕਿਉਂਕਿ ਸਾਡੇ ਇੱਥੇ ਦਰਖਤ ਹੈ ਨਾ, ਉਹ ਮਤਲਬ ਜਿਵੇਂ ਕੋਲ ਮਾਈਨਸ ਹੈ ਨਾ, ਉਹਦੇ ਵਾਂਗੂ ਲਾਏ ਜਾਂਦੇ ਆ ਕਿ ਇੱਕ ਵਾਰੀ ਕੱਢ ਲਿਆ ਕੋਲਾ ਤੇ ਬਸ ਖਤਮ ਗੱਲ। ਅਸੀਂ ਦਰਖਤਾਂ ਨੂੰ ਫਸਲ ਵਾਂਗੂ ਵੀ ਲਾ ਸਕਦੇ ਹਾਂ। ਉਹਦੇ ਨਾਲ ਸਾਨੂੰ ਲਗਾਤਾਰ ਆਕਸੀਜਨ ਵੀ ਮਿਲਦੀ ਰਹੂਗੀ, ਪੰਛੀਆਂ ਨੂੰ ਘਰ ਮਿਲਣਗੇ ਤੇ ਜਦੋਂ ਕੋਈ ਨਵਾਂ ਪੁਰਾਣਾ ਦਰਖਤ ਵੱਢਣਾ ਉਦੋਂ ਪਹਿਲਾਂ 2 ਨਵੇਂ ਦਰਖਤ ਖੜੇ ਹੋਣ। ਉਸ ਦਾ ਜਦੋਂ ਹੈਲੋ ਹਾਂਜੀ। ਜਦੋਂ ਜਿਵੇਂ 2 ਦਰਖਤ ਲਗਾਈਏ ਤੇ ਉਹ ਜਿਵੇਂ ਵੀ 2 ਦਰਖਤ ਲਾਵਾਂਗੇ ਉਹ ਵੱਡੇ ਹੋਣਗੇ, ਫਿਰ ਇੱਕ ਦਰਖਤ ਕੱਟਾਂਗੇ, ਹਨਾ। ਤੇ ਉਹ ਜਿਹੜਾ ਦਰਖਤ ਕੱਟਿਆ ਜਾਊਗਾ, ਜਿਹੜੀ ਉਹਦੀ ਟਿੰਬਰ ਸੇਲ ਚੋਂ ਕਮਿਸ਼ਨ ਇੱਕ ਚੰਗਾ ਹਿੱਸਾ ਕਿਸਾਨ ਦਾ ਵੀ ਹੋਵੇ।
ਜਦੋਂ ਇਹੋ ਜਿਹਾ ਛੋਟਾ ਜਿਹਾ ਲਾਲਚ ਦਿੱਤਾ ਜਾਊਗਾ, ਇਹੋ ਜਿਹਾ ਛੋਟਾ ਜਿਹਾ ਇੱਕ, ਕਿਉਂਕਿ ਆਦਤ ਪੈ ਚੁੱਕੀ ਹੈ ਹਜੇ ਸਾਨੂੰ, ਤਾਂ ਉਹਨੂੰ ਇੱਕ ਉਹਦੇ ਪਿੱਛੇ ਸ਼ੇਅਰ ਦਾ ਵੀ ਹੋਊਗਾ ਕਿ ਮੈਨੂੰ ਬਚਾਉਣਾ ਦਰਖਤ ਨੂੰ, ਇਹਨੂੰ ਸੜਨ ਨਹੀਂ ਦੇਣਾ। ਨੰਬਰ 2, ਇਹ ਕੰਪਲਸ਼ਨ ਹੋਵੇ ਕਿ ਹਰੇਕ ਇੰਨੀ ਜ਼ਮੀਨ ਪਿੱਛੇ ਇੰਨੇ ਦਰਖਤ ਲਾਉਣੇ ਆ ਤੁਸੀਂ। ਉਹ ਦਰਖਤ ਫਲ ਦੇ ਹੋ ਸਕਦੇ ਆ, ਉਹਨਾਂ ਫਲਾਂ ਦੇ ਦਰਖਤਾਂ ਨਾਲ ਕਿਸਾਨ ਨੂੰ ਆਰਥਿਕ ਫਾਇਦਾ ਵੀ ਹੋ ਸਕਦਾ। ਘੱਟੋ ਘੱਟ ਜਿੱਥੇ ਮੋਟਰ ਹੈ, ਉਸ ਮੋਟਰ ਤੇ ਜੇ 8-10 ਦਰਖਤ ਲਾ ਲਏ ਕਿਸਾਨ ਫਲਾਂ ਦੇ, ਜਿਹੜੇ ਕਿ ਜ਼ਿਆਦਾ ਜ਼ਮੀਨ ਚ ਅੱਗੇ ਤੱਕ ਨਿੰਬੂ ਹੈ, ਸੰਤਰਾ ਹੈ, ਜਾਂ ਇਹੋ ਜਿਹੇ ਹੋਰ ਆੜੂ ਹੈ, ਇਹੋ ਜਿਹੇ ਦਰਖਤ ਹੈ ਜਿਹੜੇ ਕਿ ਨਾਲ ਲੱਗ ਸਕਦੇ ਆ ਮੋਟਰ ਤੇ ਉਹ ਜ਼ਮੀਨ ਦੇ ਅੰਦਰ ਵਾਲੇ ਵੀ ਫੈਲਣਗੇ। ਉਹਦੇ ਨਾਲ ਕਿਸਾਨ ਨੂੰ ਇੱਕ ਫਾਇਦਾ ਵੀ ਰਹੂ, ਉਹਨੂੰ ਖੁਦ ਪਰਿਵਾਰ ਲਈ ਤੇ ਵੇਚਣ ਲਈ ਵੀ ਹੋ ਸਕਦਾ, ਫਲ ਮਿਲ ਜਾਣ, ਤੇ ਉਹ ਆਪਦੇ ਹਿੱਸੇ ਦਾ ਯੋਗਦਾਨ ਵੀ ਪਾਊਗਾ এনवायरमेंट ਦੇ ਵਿੱਚ। ਚਲੋ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਸਾਨੂੰ ਤੁਸੀਂ ਟਾਈਮ ਦਿੱਤਾ ਔਰ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਗੱਲਬਾਤ ਕੀਤੀ, ਆਪਣੇ ਵਿਚਾਰ ਕੇ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ, ਜਿਹੜੀ ਧੀ ਇਸ ਦੁਨੀਆ ਤੇ ਨਹੀਂ ਰਹੀ, ਰੂਪਾ ਉਹਦਾ ਨਾਮ, ਔਰ ਅਸੀਂ ਧੀਏ ਮਾਫੀ ਚਾਹਾਂਗੇ ਕਿ ਸਾਡੀਆਂ ਸਰਕਾਰਾਂ ਜਿਹੜੀਆਂ, ਸਾਡੀਆਂ ਸਮਾਜ ਆ, ਉਹ ਹਜੇ ਤੱਕ ਹੱਲ ਨਹੀਂ ਕੱਢ ਸਕਿਆ। ਤੇਰਾ ਕਸੂਰ ਨਹੀਂ ਹੈ, ਇਹ ਸਮਾਜ ਦਾ ਤੇ ਸਰਕਾਰ ਦਾ ਕਸੂਰ ਆ। ਤੇ ਜਿਸ ਤਰ੍ਹਾਂ ਨਾੜ ਨੂੰ ਅੱਗ ਲਾਈ ਜਾ ਰਹੀ, ਲਗਾਤਾਰ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ, ਤੇ ਪੰਚਾਇਤਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਵੀ, ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਇਹਦੇ ਹੱਲ ਆ ਚੁੱਕੇ ਨੇ। ਬਸ ਲੋੜ ਹੈ ਕਿ ਕਿਸਾਨਾਂ ਨੂੰ ਜੋੜਨਾ ਵਾ ਇਸ ਮਸਲੇ 'ਚ, ਕਿ ਨਾੜ ਨੂੰ ਜੇ ਅੱਗ ਨਾ ਵੀ ਲਾਈ ਜਾਵੇ ਤਾਂ ਫਿਰ ਵੀ ਬਹੁਤ ਵਧੀਆ ਝਾੜ ਨਿਕਲ ਸਕਦਾ। ਬਸ ਅਸੀਂ ਆ ਕਿ ਸਾਨੂੰ ਲੱਗਦਾ ਕਿ ਜਲਦੀ ਜ਼ਮੀਨ ਵਾਤਾ ਹੀ ਹੈਗੀ ਆ ਤੇ ਹੁਣ ਫਿਰ ਅਗਲੀ ਫਸਲ ਬੀਜਣੀ ਗਿਆ, ਪਰ ਜਿਹੜੀਆਂ ਜ਼ਿੰਦਗੀਆਂ ਦੇ ਅਸੀਂ ਕਾਤਲ ਬਣ ਰਹੇ ਨੇ, ਉਹਦੀਆਂ ਸਜ਼ਾਵਾਂ ਵੀ ਸਾਨੂੰ ਭੁਗਤਣੀਆਂ ਪੈਣਗੀਆਂ। ਅਸੀਂ ਆਪਣਾ ਨਾ ਪਾਣੀ ਰਹਿਣ ਦਿੱਤਾ, ਨਾ ਅਸੀਂ ਆਪਣੀ ਜ਼ਮੀਨ ਵੀ ਨਸ਼ੇੜੀ ਕਰ ਦਿੱਤੀ ਹੈ, ਵਾਤਾਵਰਨ ਵੀ ਅਸੀਂ ਖਰਾਬ ਕਰ ਦਿੱਤਾ ਹੈਗਾ, ਤੇ ਫਿਰ ਕਸੂਰ ਤੇ ਸਾਡਾ ਹੀ ਨਾ। ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਧੰਨਵਾਦ।